ਹਾਜ਼ਰੀਨ ਮੁਅੱਜ਼ਜ਼, ਅੱਜ ਦੀ ਸਾਡੀ ਇਸ ਜਮਾਤ ਦੇ ਵਿੱਚ ਅਸੀਂ ਇਹ ਤੋਂ ਪਹਿਲਾਂ ਭਾਸ਼ਾ ਦੇ ਜਿਹੜੇ ਅਲੱਗ-ਅਲੱਗ ਰੂਪ ਸੀਗੇ ਜਾਂ ਵਿਆਕਰਨ ਦੇ ਰੂਪ ਸੀ ਉਹਨਾਂ ਦਾ ਅਧਿਐਨ ਕੀਤਾ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਧੁਨੀ ਨੂੰ ਪੜ੍ਹ ਚੁੱਕੇ ਹਾਂ। ਧੁਨੀ ਦੇ ਕਿੰਨੇ ਰੂਪ ਹੈਗੇ ਨੇ ਅੱਗੇ ਉਹਨਾਂ ਦਾ ਅਧਿਐਨ ਕਰ ਚੁੱਕੇ ਹੈਗੇ ਹਾਂ ਅਸੀਂ। ਤਾਂ ਹੁਣ ਅਸੀਂ ਜਿਹੜੀ ਅਗਲੀ ਹੈਗੀ ਆ ਸਾਡੀ ਵਿਆਕਰਨਿਕ ਇਕਾਈ ਹੈਗੀ ਆ ਉਹਦਾ ਅਸੀਂ ਅਧਿਐਨ ਕਰਾਂਗੇ ਕਿ ਜੋ ਸ਼ਬਦ ਹੈ। ਸ਼ਬਦ ਦੀ ਆਪਣੇ ਆਪ ਦੇ ਵਿੱਚ ਬੜੀ ਸਾਰਥਿਕਤਾ ਹੈ। ਸ਼ਬਦ ਜੇਕਰ ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਅਰਥ ਮੁਕਤ ਇਕਾਈ ਮੰਨੀ ਗਈ ਹੈ ਤੇ ਜਿਹੜਾ ਸ਼ਬਦ ਹੈਗਾ ਉਹ ਭਾਸ਼ਾ ਦੀ ਸਭ ਤੋਂ ਛੋਟੀ ਅਰਥ ਯੁਕਤ ਇਕਾਈ ਸਵੀਕਾਰ ਕੀਤੀ ਗਈ ਹੈ। ਸੋ ਸ਼ਬਦ ਜਿਹੜੇ ਹੈਗੇ ਨੇ ਉਹ ਭਾਸ਼ਾ ਦੀ ਸਭ ਤੋਂ ਛੋਟੀ ਅਤੇ ਅਰਥ ਯੁਕਤ ਇਕਾਈ ਹੈ। तो पश्चिमी व्याकरणकार पश्चिमी भाषाविद लियोनार्ड ब्लूमफील्ड अपनी पुस्तक लैंग्वेज दे विच लिखदा है कि जिहड़े शब्द हुंदे ने शब्द भाषा दी सब तो छोटी व्याकरण पड़चोल दी सब तो छोटी ते अर्थयुक्त इकाई हुंदे हन। तकरीबन निडा, सैपिर, आटो जैसपरसन, मार्क एरोनूफ, PH मैथ्यूज, इन्हां सारियां ने ही इक्को ਜਿਹੀਆਂ ਰਲਦੀਆਂ ਮਿਲਦੀਆਂ ਪਰਿਭਾਸ਼ਾਵਾਂ ਦਿੱਤੀਆਂ ਹੈਗੀਆਂ ਨੇ ਕਿ ਜਿਹੜਾ ਸ਼ਬਦ ਹੈਗਾ ਹੈ ਉਹ ਧੁਨੀ ਤੋਂ ਵੱਡਾ ਹੁੰਦਾ ਹੈ, ਪਰੰਤੂ ਉਹਦਾ ਭਾਸ਼ਾ ਦੇ ਜੇ ਆਪਣੇ ਸੀਕੁਐਂਸ ਦੇ ਪੱਧਰ ਦੇ ਉੱਪਰ ਦੇਖੀਏ, ਭਾਸ਼ਾ ਦੀ ਸੀਕੁਐਂਸ ਦੇ ਪੱਧਰ ਦੇ ਉੱਪਰ ਦੇਖੀਏ ਤੇ ਇਹ ਜਿਹੜਾ ਹੈਗਾ ਹੈ ਵਾਕੰਸ਼ ਤੋਂ ਛੋਟਾ ਹੁੰਦਾ ਹੈ ਔਰ ਇਸ ਦਾ ਇੱਕ ਆਪਣਾ ਅਰਥ ਹੁੰਦਾ ਹੈਗਾ, ਇੱਕ ਮਾਇਨਾ ਹੁੰਦਾ ਹੈਗਾ, ਇੱਕ ਮੀਨਿੰਗ ਹੁੰਦਾ ਹੈ। ਤੋ ਇਹਦੀ ਜਿਹੜੀ ਕਰਮਵਾਰ ਤਰਤੀਬ ਅਸੀਂ ਭਾਸ਼ਾ ਦੇ ਰੂਪ ਦੇ ਵਿੱਚ ਇਸ ਪ੍ਰਕਾਰ ਵੇਖ ਸਕਦੇ ਹਾਂ कि धुनी तो शब्द, वाकंश, उपवाक ते वाक, आ जिहड़ी इहदी सीक्वेंस बनदी हैगी। तो साउंड, वर्ड, फ्रेज, क्लॉज एंड सेंटेंस। तो शब्द नूं भारती जिहड़ा दृष्टिकोण तो ही महत्वपूर्ण दर्जा प्राप्त है। पतंजलि ने अपने महाभाष्य दे विच शब्द नूं ब्रह्म दा वक्ता मन्निया है। वो कहंदा कि कई बार एक शब्द इक्को शब्द जिहड़ा हैगा वो ब्रह्म की अनुभूति करवा दिंदा है, ब्रह्म की पूर्ति करवा दिंदा है, ब्रह्म का तजर्बा बना दिंदा, ब्रह्म के अर्थां का लिखायक भारती सनातनी दर्शन दे विच जिहड़ा शब्द नूं ब्रह्म के अर्थां का लिखायक मन्निया जाता है। गुरबाणी दे विच भी शब्द की महानता है। शब्द गुरु सुरत धुन चेला गुरु नानक साहब का बचन है। उस तो बाद दे विच गुरु अमरदास जी महाराज लिखते हैं कि शब्दों ता गावो हरि केरा मन जिनी वसाया। तो राग रतन परवार परियां शब्द गावने आईयां। तो शब्द की हैगा है? शब्द एक ब्रह्म की अनुभूति है, ब्रह्म का लिखायक है, ब्रह्म का वक्ता हैगा। तो शब्द ते ब्रह्म नूं साडे दार्शनिक पद्धर दे उपर इस नूं अभेद मन्निया गया है। तो भाषा के पद्धर दे उपर जिहड़े शब्द हुंदे ने वो भाषा की मुढ़ली इकाई ही हुंदे ने। शब्दां तो ही भाषा का निर्माण हुंदा है, शब्दां तो भाषा बनती है। तो शब्द सुन गोचरे हुंदे ने, शब्दां दा अर्थां नूं ग्रहण कीता जांदा है। तो इस प्रकार जदों असीं शब्दां दा अध्ययन करदे हां अगे जा करके ते शब्दां नूं सब तो पहला शब्द निर्मित किवें हुंदे ने। दो प्रकार के रूप विग्यानक पद्धर के उपर दो प्रकार के शब्दों को निर्माण करने के जिहड़े तरीके हुंदे ने। एक हुंदा हैगा व्योतपत्ति मूलक शब्द, एक हुंदे ने विभक्ति मूलक शब्द। इन्हां नूं फार्मेशन एंड डेरीवेशन के अंतर्गत रखिया जाता हैगा। सो शब्दां दे विच एक मूल हुंदा हैगा, एक मूलांश हुंदा हैगा। शब्द का जदों असीं निर्माण करन दी गल करदे हां ਉਹਦੇ ਵਿੱਚ ਇੱਕ ਮੂਲ ਬਚਿਆ ਹੁੰਦਾ ਹੈਗਾ, ਇੱਕ ਜਿਹਨੂੰ ਅੰਗਰੇਜ਼ੀ ਦੇ ਵਿੱਚ ਰੂਟ ਕਹਿੰਦੇ ਨੇ, ਧਾਤੂ ਕਹਿੰਦੇ ਨੇ। ਜਿਵੇਂ ਅਸੀਂ ਦੇਖਦੇ ਹਾਂ ਕਿ ਪੜ, ਹੁਣ ਪੜ ਕੀ ਹੈ? ਇੱਕ ਧਾਤੂ ਹੈ, ਇੱਕ ਬਚਿਆ ਹੋਇਆ ਅੰਸ਼ ਹੈ। ਜਦੋਂ ਅਸੀਂ
ਇਹਦੇ ਨਾਲ ਸ਼ਬਦ ਬਣਾਉਣਾ ਹੈਗਾ ਇਸ ਧਾਤੂ ਤੋਂ ਅਸੀਂ ਇਹਦੇ ਨਾਲ ਪਿਛੇਤਰ ਜੋੜ ਦਿਆਂਗੇ, ਜਿਵੇਂ ਪੜਦਾ, ਪੜਦੀ, ਪੜਦੇ। तो ਇਹ ਕੀ ਹੈਗਾ ਵਾ, ਸ਼ਬਦਾਂ ਦਾ ਨਿਰਮਾਣ ਹੋ ਗਿਆ ਹੈ ਧਾਤੂ ਤੋਂ। ਦੂਸਰੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਮੁਲਾਂਸ਼। ਮੁਲਾਂਸ਼ ਕੀ ਹੁੰਦੇ ਨੇ, ਉਹਨੂੰ ਅੰਗਰੇਜ਼ੀ ਦੇ ਵਿੱਚ ਸਟੈਮ ਬੋਲਦੇ ਹੈਗੇ ਨੇ। ਜਿਵੇਂ ਅਸੀਂ ਲਿਖਦੇ ਹਾਂ ਕਿ ਪੜ, ਇਹ ਇੱਕ ਧਾਤੂ ਹੈ, ਇਹਦੇ ਅੱਗੇ ਅਸੀਂ ਇੱਕ ਵਿਉਂਤਪਤ ਪਿਛੇਤਰ ਵਿਉਂਤਪਤ ਅਗੇਤਰ, ਜਿਹਨੂੰ ਸੰਸਕ੍ਰਿਤ ਦੇ ਵਿੱਚ ਉਪਸਰਗ ਆਖਿਆ ਜਾਂਦਾ ਹੈ, ਅਸੀਂ ਉਪਸਰਗ ਲਾ ਦਿੰਨੇ ਹੈਗੇ ਹਾਂ, ਜਿਵੇਂ ਅਣ, ਅਣਪੜ੍ਹ। ਹੁਣ ਇਹ ਕੀ ਹੈ, ਇਹ ਧਾਤੂ ਹੈ, ਇਹ ਅਗੇਤਰ ਹੈ, ਤੇ ਇਹ ਕੀ ਬਣ ਗਿਆ, ਮੁਲਾਂਸ਼, ਮੁਲਾਂਸ਼ ਜਾਂ ਸਟੈਮ। तो ਇਹਦੇ ਨਾਲ ਫਿਰ ਕੀ ਹੋਊਗਾ, ਅਣਪੜ੍ਹ ਇੱਕ ਮੁਲਾਂਸ਼ ਬਣ ਗਿਆ। तो ਇਹਦੇ ਨਾਲ ਜਿਹੜਾ ਹੈਗਾ ਅਸੀਂ ਪਲੱਸ ਈ ਵਿਭਕਤੀ ਜੋੜ ਦਿੱਤੀ, ਅਣ ਪੜੀ, ਅਣਪੜੀ। तो ਜਿਹੜਾ ਈ ਵਿਭਕਤੀ ਹੈਗਾ ਹੈ ਉਹ ਇਸ ਨੂੰ ਅਣਪੜੀ ਬਣਾ ਦਿੱਤਾ। तो ਕੀ ਬਣ ਗਿਆ, ਇੱਕ ਗੱਲ ਹੋਰ ਯਾਦ ਰੱਖਣ ਯੋਗ ਹੈ, ਹਮੇਸ਼ਾ ਜਿਹੜੇ ਮੁਲਾਂਸ਼ ਹੁੰਦੇ ਨੇ ਉਹਨਾਂ ਨਾਲ ਵਿਭਕਤੀ ਪਿਛੇਤਰ ਜੁੜਦੇ ਨੇ, ਜਿਹੜੇ ਧਾਤੂ ਹੁੰਦੇ ਨੇ ਉਹਨਾਂ ਦੇ ਪਿੱਛੇ ਵਿਉਂਤਪਤ ਪਿਛੇਤਰ ਜੁੜਦੇ ਨੇ, ਠੀਕ ਹੈ। तो ਇਹਦਾ ਸੰਬੰਧ ਵਿਉਂਤਪਤੀ ਨਾਲ ਹੁੰਦਾ ਹੈ ਧਾਤੂ ਦਾ, ਔਰ ਜਿਹੜੀ ਮੁਲਾਂਸ਼ ਹੈ ਉਹਦਾ ਸੰਬੰਧ ਵਿਭਕਤੀ ਮੂਲਕ ਰੂਪਗ੍ਰਾਮ ਨਾਲ, ਰੂਪ ਵਿਗਿਆਨ ਨਾਲ ਹੁੰਦਾ। ਡੈਰੀਵੇਸ਼ਨ ਦੀ ਡੈਰੀਵੇਸ਼ਨ ਹੁੰਦੀ ਹੈ ਔਰ ਦੂਸਰੇ ਦੀ ਫਾਰਮੇਸ਼ਨ ਹੁੰਦੀ ਹੈਗੀ। तो ਇਸ ਪ੍ਰਕਾਰ ਸ਼ਬਦਾਂ ਦਾ ਨਿਰਮਾਣ ਹੁੰਦਾ ਹੈਗਾ। ਇਸ ਤੋਂ ਤੁਸੀਂ ਹੋਰ ਵੀ ਜਿੰਨੇ ਮਰਜ਼ੀ ਸ਼ਬਦ ਜਿਹੜੇ ਧਾਤੂ ਤੇ ਮੁਲਾਂਸ਼ ਦੇ ਨਾਲ ਅਗੇਤਰ ਪਿਛੇਤਰ ਜੋੜ ਕੇ ਹੋਰ ਸ਼ਬਦਾਂ ਦਾ ਤੁਸੀਂ ਨਿਰਮਾਣ, ਨਵੇਂ ਸ਼ਬਦਾਂ ਦਾ ਨਿਰਮਾਣ ਕਰ ਸਕਦੇ ਹੋ। तो ਸ਼ਬਦਾਂ ਦੇ ਫਿਰ ਉਸ ਤੋਂ ਦੂਜੀ ਕੈਟਾਗਰੀ ਦੇ ਵਿੱਚ ਆ ਕੇ ਫਿਰ ਅਸੀਂ ਦੇਖਦੇ ਹੈਗੇ ਆ ਸ਼ਬਦਾਂ ਦੇ ਸੰਦਰਭਗਤ ਭੇਦ ਕਿਹੜੇ ਨੇ। ਹੁਣ ਸ਼ਬਦ ਦੇ ਜਿਹੜੇ ਸੰਦਰਭਗਤ ਭੇਦ ਨੇ, ਸ਼ਬਦ ਦੇ ਸੰਦਰਭਗਤ ਭੇਦ। ਪਹਿਲੀ ਕਿਸਮ ਦੇ ਸ਼ਬਦ ਹੁੰਦੇ ਨੇ ਜਿਹੜੇ, ਉਹਨਾਂ ਨੂੰ ਦੱਸ ਕੇ ਆਖਿਆ ਜਾਂਦਾ ਹੈਗਾ ਸਧਾਰਨ ਸ਼ਬਦ ਨੇ, ਸਧਾਰਨ ਸ਼ਬਦ। तो ਪਹਿਲਾ ਭੇਦ ਹੈਗਾ ਜਿਹੜਾ ਸਧਾਰਨ ਸ਼ਬਦਾਂ ਦਾ। तो ਸਧਾਰਨ ਸ਼ਬਦਾਂ, ਜਿਵੇਂ ਮੈਂ ਮੁੱਢ ਦੇ ਵਿੱਚ ਹੀ ਸ਼ੁਰੂਆਤ ਕੀਤੀ ਸੀਗੀ ਕਿ ਸਧਾਰਨ ਸ਼ਬਦਾਂ ਦੇ ਨਾਲ ਅਗੇਤਰ ਪਿਛੇਤਰ ਜੋੜ ਕੇ ਨਵੇਂ ਸ਼ਬਦਾਂ ਨੂੰ ਜਿਹੜਾ ਹੈਗਾ ਬਣਾਇਆ ਜਾਂਦਾ ਹੈਗਾ, ਜਾਂ ਨਵੇਂ ਸ਼ਬਦਾਂ ਦਾ ਜਿਹੜੇ ਉਤਪਤੀ ਕੀਤੀ ਜਾਂਦੀ ਹੈ। ਜਿਵੇਂ ਅਸੀਂ ਇੱਕ ਸਧਾਰਨ ਸ਼ਬਦ ਲੈ ਲੈਨੇ ਇੱਥੇ ਕਰ। ਹੁਣ ਕਰ ਤੋਂ ਕੀ ਹੈਗਾ, ਕਰਿਆ, करे, करू। सो किन्ने अगे विਉਂਤਪਤ शब्द बन गए ने, किन्ने जिहड़े हैगे ने अगे शब्दां दा निर्माण हो गया। जिवें पढ़, पढ़ तो पढ़िया, पढ़दी, पढ़दे। सो इस प्रकार एक सधारण शब्द तो अगे जा करके ਉਹਦੇ ਨਾਲ ਜਦੋਂ ਤੁਸੀਂ ਅਗੇਤਰ ਪਿਛੇਤਰ ਲਗਾਉਨੇ ਹੋ ਤੇ ਫਿਰ ਉਹ ਕੀ ਬਣ ਜਾਂਦੇ ਨੇ, ਮਿਸ਼ਰਤ ਸ਼ਬਦ। ਉਹਦੇ ਨਾਲ ਤੁਸੀਂ ਵਧੇਤਰਾਂ ਨੂੰ ਜੋੜ ਕੇ ਮਿਸ਼ਰਤ ਸ਼ਬਦਾਂ ਦਾ ਨਿਰਮਾਣ ਕਰ ਲੈਂਦੇ। ਇਹ ਪ੍ਰਮੁੱਖ ਭੇਦ ਨੇ। ਇੱਕ ਸਧਾਰਨ ਸ਼ਬਦ ਹੈਗਾ, ਸਧਾਰਨ ਸ਼ਬਦ ਦੇ ਨਾਲ ਜਿਸ ਵੇਲੇ ਤੁਸੀਂ ਵਧੇਤਰ ਜੋੜਦੇ ਹੋ, ਉਹਦੇ ਨਾਲ ਵਿਭਕਤੀਆਂ ਜੋੜਦੇ ਹੋ, ਉਸ ਸਮੇਂ ਦੇ ਵਿੱਚ ਕੀ ਹੁੰਦਾ ਹੈਗਾ, ਫਿਰ ਮਿਸ਼ਰਤ ਸ਼ਬਦਾਂ ਦਾ ਨਿਰਮਾਣ ਅੱਗੇ ਜਾ ਕਰਕੇ ਹੋ ਜਾਂਦਾ ਹੈ। ਜਿਵੇਂ ਅਸੀਂ ਸਧਾਰਨ ਸ਼ਬਦ ਲੈ ਲਿਆ ਚੜ, ਤੋਂ ਇਹਦਾ ਕੀ ਹੋ ਗਿਆ,
ਚੜਿਆ, ਚੜਦੀ, ਚੜਦੇ। ਸੋ ਜਿੰਨੇ ਮਰਜ਼ੀ ਇਹੋ ਜਿਹੇ ਸ਼ਬਦ ਤੁਸੀਂ ਨਵੇਂ-ਨਵੇਂ ਨਿਰਮਿਤ ਕਰ ਸਕਦੇ ਹੋ। ਸੋ ਇਹ ਜਿਹੜੇ ਹੁੰਦੇ ਨੇ ਸਧਾਰਨ ਤੇ ਮਿਸ਼ਰਤ ਸ਼ਬਦ। ਜਿਹੜਾ ਉਦੋਂ ਅਗਲਾ ਭੇਦ ਹੈਗਾ ਵਾ ਉਹ ਹੈ ਸਮਾਸੀ ਸ਼ਬਦਾਂ ਦਾ। ਸਮਾਸ, ਸਮਾਸੀ ਸ਼ਬਦ। ਹੁਣ ਸਮਾਸੀ ਸ਼ਬਦ ਕਿਹੋ ਜਿਹੇ ਹੁੰਦੇ ਨੇ? ਸਮਾਸ ਕੀ ਹੈ? ਸਭ ਤੋਂ ਪ੍ਰਥਮ ਸਰਵਪ੍ਰਥਮ ਕਿ ਸਮਾਸ ਕੀ ਹੈ? ਸਮਾਸ ਨੂੰ ਐਕਸਪਲੇਨ ਕਰਦਾ ਹੈਗਾ ਆਚਾਰੀਆ ਪਾਣਿਨੀ ਆਪਣੇ ਅਸ਼ਟਾਧਿਆਏ ਦੇ ਵਿੱਚ। ਉੱਥੇ 5 ਪ੍ਰਕਾਰ ਦੇ ਸਮਾਸਾਂ ਦੀ ਗੱਲ ਕੀਤੀ ਗਈ ਹੈ। ਹਾਲਾਂਕਿ ਪੰਜਾਬੀ ਵਿੱਚ ਵੀ ਉਹ ਸਮਾਸ ਮਿਲਦੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬੀ ਵਿੱਚ ਉਹ ਸਮਾਸ ਨਹੀਂ ਪਾਏ ਜਾਂਦੇ। ਅੱਜ ਉਹ ਕਿ ਪੰਜਾਬੀ ਵਿੱਚ ਵੀ ਸਮਾਸ ਉਹੀ ਸਮਾਸ ਮਿਲਦੇ ਨੇ, ਪਰ ਵਰਤੋਂ ਵਿਉਂਤ ਥੋੜੀ ਘਟ ਗਈ ਹੈਗੀ। ਜਿਵੇਂ ਕਰਮਧਾਰੀ ਸਮਾਸ ਹੈ, ਦਵਿਗੂ ਸਮਾਸ ਹੈ, ਤਤਪੁਰਸ਼ ਸਮਾਸ ਹੈ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ द्वंद ਸਮਾਸ ਹੈ। ਤਾਂ ਇਹ ਸਮਾਸ ਦੀਆਂ ਅਲੱਗ-ਅਲੱਗ ਕਿਸਮਾਂ ਹੈਗੀਆਂ ਨੇ, ਅਲੱਗ-ਅਲੱਗ ਜਿਹੜੀਆਂ ਉਹਦੀਆਂ ਟਾਈਪਸ ਨੇ ਸਮਾਸ ਦੀਆਂ। ਤਾਂ ਸਮਾਸ ਦੀ ਪਰਿਭਾਸ਼ਾ ਮੂਲ ਰੂਪ ਦੇ ਵਿੱਚ ਇਹ ਦਿੱਤੀ ਜਾ ਸਕਦੀ ਹੈ ਕਿ ਜਦੋਂ ਦੋ ਆਪਣੇ ਆਪ ਵਿੱਚ ਅਰਥ ਰੱਖਣ ਵਾਲੇ, ਦੋ ਸਵੈ ਰੂਪ ਦੇ ਵਿੱਚ, ਸੰਯੁਕਤ ਰੂਪ ਦੇ ਵਿੱਚ, ਦੋ ਸੁਤੰਤਰ ਰੂਪ ਦੇ ਵਿੱਚ ਵਿਚਰਨ ਵਾਲੇ ਸ਼ਬਦ ਜਦੋਂ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਨੇ ਤੇ ਉਦੋਂ ਸਮਾਸ ਦਾ ਜਨਮ ਹੁੰਦਾ ਹੈਗਾ। ਦੋ ਸ਼ਬਦਾਂ ਨੂੰ ਜਿਹਨੂੰ ਤੁਸੀਂ ਸਿਰ ਖੁਦ ਸੁਤੰਤਰ ਰੂਪ ਦੇ ਵਿੱਚ ਇਕੱਲੇ ਨੂੰ ਵੀ ਤੁਸੀਂ ਵਰਤ ਸਕਦੇ ਹੋ ਤੇ ਜਦੋਂ ਜੋੜ ਕੇ ਨਾਲੋਂ ਨਾਲ ਵੀ ਵਰਤ ਸਕਦੇ ਹੋ। ਉਦਾਹਰਨ ਵਜੋਂ ਜਿਵੇਂ ਹੁਣ ਆਪਾਂ ਲਿਖਦੇ ਹੈਗੇ ਆ ਜੀ, ਰਾਜ ਪਲੱਸ ਮਹਿਲ ਇੱਕ ਬਣ ਗਿਆ ਰਾਜ ਮਹਿਲ। ਫਿਰ ਸਿਰ ਪਲੱਸ ਦਰਦ ਸਿਰ ਦਰਦ। ਪੰਜ ਪਲੱਸ ਸੇਰੀ ਪੰਸੇਰੀ। ਤੋਂ ਹੋਰ ਵੀ ਬਹੁਤ ਸਾਰੇ ਜਿਵੇਂ ਪੇਟ ਦਰਦ, ਗੁਰਦੁਆਰਾ, ਇਹੋ ਜਿਹੇ ਸ਼ਬਦ, ਗੁਰੂਦੁਆਰਾ, ਇਹੋ ਜਿਹੇ ਸ਼ਬਦ ਜਿਹੜੇ ਹੁੰਦੇ ਨੇ ਉਹ ਸਮਾਸੀ ਸ਼ਬਦ ਹੁੰਦੇ ਨੇ। ਹੁਣ ਤੁਸੀਂ ਇਹਨਾਂ ਨੂੰ ਕੀ ਹੈਗਾ ਵਾ, ਇਕੱਲੇ ਨੂੰ ਵੀ ਵਰਤ ਸਕਦੇ ਹੋ ਤੇ ਦੋਵਾਂ ਨੂੰ ਇਕੱਠਿਆਂ ਵੀ ਵਰਤ ਸਕਦੇ ਹੋ। ਹੁਣ ਰਾਜ ਆਪਣੇ ਆਪ ਦੇ ਵਿੱਚ ਸੁਤੰਤਰ ਹੈ, ਉਧਰੋਂ ਮਹਿਲ ਵੀ ਸੁਤੰਤਰ ਹੈ। ਭਾਵੇਂ ਤਾਂ ਇਕੱਲਿਆਂ ਨੂੰ ਵਰਤ ਦਿਓ ਜੀ ਤੇ ਭਾਵੇਂ ਤੁਸੀਂ ਇਕੱਠਿਆਂ ਨੂੰ ਵਰਤ ਦਿਓ, ਫਿਰ ਵੀ ਉਹ ਸਿਰ ਖੁਦ ਸੁਤੰਤਰ ਨੇ। ਤਾਂ ਇਹ ਜਿਹੜੇ ਹੈਗੇ ਨੇ ਇਹ ਸਮਾਸੀ ਸ਼ਬਦ ਨੇ, ਇਹਨਾਂ ਨੂੰ ਸਮਾਸੀ ਸ਼ਬਦ ਆਖਿਆ ਜਾਂਦਾ ਹੈਗਾ। ਤੋ ਦੂਸਰੀ ਇਹ ਤੋਂ ਬਾਅਦ ਦੀ ਜਿਹੜੀ ਕੈਟਾਗਰੀ ਆਉਂਦੀ ਹੈਗੀ ਆ, ਸਮਾਸੀ ਸ਼ਬਦਾਂ ਤੋਂ ਬਾਅਦ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਨੇ ਉਹ ਆਉਂਦੇ ਨੇ ਜੀ ਸਾਡੇ ਧੁਨੀਆਤਮਕ ਸ਼ਬਦ। ਧੁਨੀਆਤਮਕ ਸ਼ਬਦ। ਹੁਣ ਧੁਨੀਆਤਮਕ ਸ਼ਬਦ ਕਿਹੜੇ ਹੁੰਦੇ ਨੇ? ਜਦੋਂ ਤੁਸੀਂ ਕੋਈ ਸ਼ਬਦ ਅਸੀਂ ਲਿਖਦੇ ਹੋ ਉਹਦੇ ਵਿੱਚ ਕਿੰਨੀਆਂ ਧੁਨੀਆਂ ਸਾਰਥਕ ਤੌਰ ਤੇ ਕੰਮ ਕਰ ਰਹੀਆਂ ਹੈਗੀਆਂ ਨੇ, ਉਹਨਾਂ ਨੂੰ ਧੁਨੀਆਤਮਕ ਸ਼ਬਦ ਕੇਵਲ ਸੁਣਨ ਗੋਚਰਾ ਸ਼ਬਦ ਹੈ, ਉਹ ਲਿਖਣ ਗੋਚਰਾ ਨਹੀਂ ਹੈਗਾ। ਜਦੋਂ ਅਸੀਂ ਕੇਵਲ ਸ਼ਬਦ ਬੋਲਦੇ ਆ ਔਰ ਇਧਰੋਂ ਵਕਤਾ ਬੋਲਦਾ ਹੈ, ਸਰੋਤਾ ਉਹਨੂੰ ਸੁਣਦਾ ਹੈ, ਸੰਚਾਰ ਹੁੰਦਾ ਵਿਚਕਾਰ ਔਰ ਸਰੋਤਾ ਸੁਣਦਾ ਹੈ, ਔਰ ਉਸ ਵੇਲੇ ਜਿਹੜਾ ਉਹ ਸ਼ਬਦ ਨੂੰ ਗ੍ਰਹਿਣ ਕਰਦਾ ਹੈਗਾ ਉਹਨੂੰ ਧੁਨੀਆਤਮਕ ਸ਼ਬਦ ਆਖਿਆ ਜਾਂਦਾ ਹੈਗਾ। ਜਿਵੇਂ ਕਾਲਾ ਘੋੜਾ। ਹੁਣ ਕਾਲਾ ਕਾ ਪਲੱਸ ਆ ਪਲੱਸ ਲ ਪਲੱਸ ਆ ਪਲੱਸ ਉਸ ਤੋਂ ਬਾਅਦ ਦੇ ਵਿੱਚ ਘ ਪਲੱਸ ਓ ਪਲੱਸ ੜ ਪਲੱਸ ਆ। ਤਾਂ ਇੰਨੀਆਂ ਧੁਨੀਆਂ ਇਸ ਸ਼ਬਦ ਦੇ ਨਿਰਮਾਣ ਦੇ ਵਿੱਚ, ਇਹਨੂੰ ਬੋਲਣ ਦੇ ਵਿੱਚ ਅਸੀਂ ਵਰਤੀਆਂ ਹੈਗੀਆਂ ਨੇ। ਔਰ ਜਦੋਂ ਇਹ ਕੇਵਲ ਸੁਣਨ ਗੋਚਰਾ ਹੈਗਾ, ਧੁਨੀ
ਜਿਹੜੇ ਧੁਨਿਆਤਮਕ ਸ਼ਬਦ ਹੁੰਦੇ ਨੇ ਉਹ ਕੇਵਲ ਸੁਣਨ ਗੋਚਰੇ ਹੁੰਦੇ ਨੇ। ਔਰ ਜਦੋਂ ਸੁਣਦਾ ਔਰ ਵਕਤਾ ਉਹਨੂੰ ਉਚਾਰਨ ਕਰਦਾ ਹੈ, ਔਰ ਜਿਸ ਵੇਲੇ ਜਿਹੜਾ ਹੈਗਾ ਸਰੋਤਾ ਉਹਨੂੰ ਸੁਣਦਾ ਹੈ ਔਰ ਉਹਨੂੰ ਜਿਹੜਾ ਉਹ ਗ੍ਰਹਿਣ ਹੋ ਜਾਂਦਾ ਹੈ। ਉਹ ਗ੍ਰਹਿਣ ਕਿਹੜੀਆਂ ਗੱਲਾਂ ਨਾਲ ਹੁੰਦਾ, ਜਿਹੜੀਆਂ ਆਹ ਧੁਨੀਆਂ ਉਸ ਸ਼ਬਦ ਦੇ ਵਿੱਚ ਕਾਰਗਰ ਹੁੰਦੀਆਂ ਨੇ। ਸੋ ਇਹਨਾਂ ਨੂੰ ਬੋਲਦੇ ਨੇ ਧੁਨੀਆਤਮਕ ਸ਼ਬਦ। ਅਗਲੀ ਜਿਹੜੀ ਕੈਟਾਗਰੀ ਇਦੋਂ ਹੈਗੀ ਹੈ ਸਾਡੇ ਕੋਲ, ਉਹ ਹੈਗੀ ਸਾਡੀ ਵਿਆਕਰਣਿਕ ਸ਼ਬਦ। ਵਿਆਕਰਣਿਕ ਸ਼ਬਦ। ਹੁਣ ਜਿਹੜੇ ਅਸੀਂ ਪਹਿਲਾਂ ਜਿਹੜੀ ਕੈਟਾਗਰੀ ਅਸੀਂ ਲਿਖੀ ਹੈਗੀ ਆ ਉਹ ਸੀਗੀ ਸਾਡੀ ਧੁਨੀਆਤਮਕ ਸ਼ਬਦ, ਉਹ ਕੇਵਲ ਸੁਣਨ ਗੋਚਰ ਹੈ, ਬੋਲਣ ਗੋਚਰ ਹੈ। ਦੂਜੀ ਕੈਟਾਗਰੀ ਦੇ ਵਿੱਚ ਵਿਆਕਰਣਿਕ ਸ਼ਬਦ ਆਉਂਦੇ ਨੇ। ਹੁਣ ਵਿਆਕਰਣਿਕ ਸ਼ਬਦ ਕੀ ਨੇ? ਵਿਆਕਰਣਿਕ ਸ਼ਬਦ ਉਹ ਨੇ ਜਿਨ੍ਹਾਂ ਨੂੰ ਤੁਸੀਂ ਲਿਖ ਕੇ ਵਿਅਕਤ ਕਰਦੇ ਹੋ, ਜਦੋਂ ਲਿਖਿਆ ਜਾਂਦਾ ਹੈ ਔਰ ਵਿਆਕਰਣਿਕ ਪੱਧਰ ਦੇ ਉੱਤੇ ਜਦੋਂ ਉਹਦੀ ਆਰਥੋਗ੍ਰਾਫੀ ਦੇ ਨਿਯਮਾਂ ਅਨੁਸਾਰ ਉਹਨੂੰ ਢਾਲਿਆ ਜਾਂਦਾ ਹੈ ਔਰ ਵਿਆਕਰਣ ਦੇ ਪੱਧਰ ਦੇ ਉੱਪਰ ਉਹਦੀ ਪੜਚੋਲ ਹੁੰਦੀ ਹੈਗੀ ਹੈ। ਤੋ ਅਸੀਂ ਪਹਿਲਾਂ ਵਾਲਾ ਸ਼ਬਦ ਹੀ ਲੈ ਲੈਂਦੇ ਹਾਂ, ਜਿਵੇਂ ਅਸੀਂ ਕਿਹਾ ਸੀ ਕਾਲਾ ਘੋੜਾ। ਕਾਲਾ ਘੋੜਾ। ਹੁਣ ਜਦੋਂ ਅਸੀਂ ਵਿਆਕਰਣ ਦੇ ਪੱਧਰ ਤੇ ਇਹਨੂੰ ਦੇਖਾਂਗੇ, ਹੁਣ ਇਹਦਾ ਕਾਲਾ ਕੀ ਹੈਗਾ? ਵਿਸ਼ੇਸ਼ਣ ਹੈ। ਕਾਲਾ ਇਹਦਾ ਵਿਸ਼ੇਸ਼ਣ ਹੈ। ਘੋੜਾ ਹੈਗਾ ਪੁਲਿੰਗ ਹੈ, ਇੱਕ ਵਚਨ ਹੈ, ਇੱਕ ਵਚਨ ਹੈ। ਸੋ ਇਹ ਜਿਹੜਾ ਹੈਗਾ ਇਹ ਸਾਡਾ ਵਿਆਕਰਣਿਕ ਪੱਧਰ ਹੈਗਾ। ਜਦੋਂ ਅਸੀਂ ਵਿਆਕਰਣਿਕ ਪੱਧਰ ਤੋਂ, ਜੇ ਇੱਥੇ ਹੁੰਦਾ ਕਾਲਾ ਘੋੜਾ ਦੌੜਦਾ ਹੈ ਤਾਂ ਫਿਰ ਦੌੜਦਾ ਉੱਥੇ ਇੱਕ ਕਿਰਿਆ ਆ ਜਾਣੀ ਸੀਗੀ ਤੇ ਹੈ ਸੀਗਾ ਸਹਾਇਕ ਕਿਰਿਆ ਹੋ ਜਾਣੀ ਸੀਗੀ। ਤੋ ਜੇਕਰ ਕਾਲ ਦੀ ਗੱਲ ਕਰੀਏ ਤੇ ਉਹ ਹੋ ਜਾਣਾ ਸੀਗਾ ਸਾਡਾ ਜਿਹੜਾ ਸੀ ਅਕਾਲਕੀ ਕਿਰਿਆ ਦੇ ਵਿੱਚ ਉਹਨੂੰ ਕੰਸੀਡਰ ਕੀਤਾ ਜਾਣਾ ਸੀਗਾ। ਤੋ ਇੱਥੇ ਕੁੱਲ ਮਿਲਾ ਕੇ ਜਿਹੜਾ ਸੀਗਾ ਉਹ ਸ਼ਬਦ ਕੱਲਾ ਕਾਲਾ ਘੋੜਾ ਹੈ। ਤੋ ਜਦੋਂ ਕਾਲਾ ਘੋੜਾ ਧੁਨੀਆਤਮਕ ਪੱਧਰ ਤੇ ਸੁਣਨ ਗੋਚਰਾ ਹੈ ਤੇ ਵਿਆਕਰਣਿਕ ਪੱਧਰ ਦੇ ਉੱਤੇ ਜਦੋਂ ਅਸੀਂ ਉਹਨੂੰ ਦੇਖਦੇ ਹਾਂ ਉਦੋਂ ਫਿਰ ਇਹ ਕੀ ਹੈਗਾ ਕਿ ਇਹਦੇ ਵਿੱਚ ਇੱਕ ਵਿਸ਼ੇਸ਼ਣ ਹੈ ਔਰ ਉਹ ਪੁਲਿੰਗ ਹੈ ਔਰ ਇੱਕ ਵਚਨ ਹੈਗਾ। ਇਹ ਸਾਡਾ ਵਿਆਕਰਣਿਕ ਪੱਧਰ ਹੈ। ਵਿਆਕਰਣਿਕ ਪੱਧਰ ਤੇ ਅਸੀਂ ਸ਼ਬਦ ਨੂੰ ਇਸ ਪੱਖ ਤੋਂ ਦੇਖ ਸਕਦੇ ਹਾਂ। ਤੋ ਇਸ ਤੋਂ ਅਗਲਾ ਜਿਹੜਾ ਭੇਦ ਹੈਗਾ ਵਾ ਸਾਡਾ ਉਹ ਕੀ ਹੈ? ਵਿਕਾਰੀ ਅਤੇ ਅਵਿਕਾਰੀ ਸ਼ਬਦ। ਸ਼ਬਦ ਦਾ ਅਖੀਰਲੇ ਜਿਹੜਾ ਭੇਦ, ਸੰਦਰਭਗਤ ਭੇਦ ਹੈਗਾ ਜਿਹੜਾ, ਉਹ ਹੈਗੇ ਨੇ ਵਿਕਾਰੀ ਤੇ ਅਵਿਕਾਰੀ ਸ਼ਬਦ। ਪਹਿਲਾਂ ਤੇ ਵਿਕਾਰੀ ਕੀ ਹੈ? ਅਸੀਂ ਵਿਕਾਰ ਕਸ ਨੂੰ ਕਹਿੰਦੇ ਆ। ਵਿਕਾਰ ਜਿਹੜਾ ਹੈਗਾ ਵਾ ਲਿੰਗ, ਵਚਨ ਤੇ ਕਿਰਿਆ ਦੇ ਪੱਧਰ ਤੇ ਜਿਨ੍ਹਾਂ ਸ਼ਬਦਾਂ ਦੇ ਵਿੱਚ ਕੋਈ ਨਾ ਕੋਈ ਵਿਕਾਰ ਆ ਜਾਂਦਾ ਹੈਗਾ, ਭਾਵ ਉਹਨਾਂ ਦਾ ਰੂਪ, ਵਿਕਾਰ ਤੋਂ ਭਾਵ ਹੈਗਾ ਕਿ ਉਹਨਾਂ ਦਾ ਰੂਪ ਬਦਲ ਜਾਂਦਾ ਹੈਗਾ, ਰੂਪ ਉਹਨਾਂ ਦਾ ਬਦਲਿਆ ਜਾਂਦਾ ਹੈਗਾ। ਤੋ ਜਿਵੇਂ ਆਪਾਂ ਲਿਖਦੇ ਹਾਂ ਕਿ ਮੁੰਡਾ ਕੰਮ ਕਰਦਾ ਹੈ, ਮੁੰਡੇ ਕੰਮ ਕਰਦੇ ਹਨ, ਮੁੰਡਾ ਤੋਂ ਮੁੰਡੇ ਬਣ ਗਿਆ, ਉਹਦੇ 'ਚ ਵਿਕਾਰ ਆ ਗਿਆ। ਕੰਮ ਕਰਦਾ ਤੋਂ ਕਰਦੇ ਹਨ ਹੋ ਗਿਆ, ਉਹ ਸਿੰਗੂਲਰ ਤੋਂ ਪਲੂਰਲ ਬਣ ਗਿਆ, ਇੱਕ ਵਚਨ ਤੋਂ ਦੋ ਵਚਨ ਬਣ ਗਿਆ। ਤੋ ਇਹ ਵਿਕਾਰੀ ਸ਼ਬਦ ਹੁੰਦੇ ਹਨ। ਵਿਕਾਰੀ ਸ਼ਬਦਾਂ ਦੇ ਵਿੱਚ ਜਿਹੜੇ ਹੈਗੇ ਨੇ, ਜਿਵੇਂ ਮੁੰਡਾ ਸ਼ਬਦ ਹੈ, ਜਦੋਂ ਵਿਕਾਰ ਹੋ ਗਿਆ ਤੇ ਉਹ ਕੀ ਬਣ ਗਿਆ? ਮੁੰਡੇ। ਵਚਨ ਦੇ ਪੱਧਰ ਤੇ। ਤੋ ਕਿਰਿਆ ਦੇ ਪੱਧਰ ਦੇ ਉੱਪਰ ਜਦੋਂ ਜਦੋਂ ਕਿਰਿਆ ਦੇ ਪੱਧਰ ਤੇ ਮੁੰਡਾ ਕੰਮ ਕਰਦਾ ਹੈ, ਮੁੰਡੇ ਕੰਮ ਕਰਦੇ ਹਨ, ਮੁੰਡਾ ਰੋਟੀ ਖਾਂਦਾ, ਮੁੰਡੇ ਰੋਟੀ ਖਾਂਦੇ ਹਨ। ਤੋ ਐਵੇਂ ਹੀ ਕੁੜੀ ਤੋ ਕੁੜੀਆਂ। ਵਚਨ ਦੇ ਪੱਧਰ ਤੇ ਵਿਕਾਰ ਆਇਆ ਹੈਗਾ, ਕੁੜੀਆਂ ਬਹੁਵਚਨ ਬਣ ਗਿਆ ਇੱਕ ਵਚਨ ਤੋਂ। ਐਵੇਂ ਹੀ ਇਕੱਲੇ ਨਾਉਨ ਹੀ ਨਹੀਂ, ਹੋਰ ਵੀ ਸ਼ਬਦ ਨੇ, ਜਿਵੇਂ ਅਸੀਂ ਕਹੀਏ ਕਿ ਘਰ, ਬੱਸ, ਉਸ ਤੋਂ ਇਲਾਵਾ ਘੋੜਾ,
ਘੋੜਾ, ਮੱਝ। ਸੋ ਜਿੰਨੇ ਵੀ ਸ਼ਬਦ ਤੁਸੀਂ ਆਮ ਤੁਸੀਂ ਦੇਖੋਗੇ ਉਹ ਵਿਕਾਰੀ ਹੀ ਸ਼ਬਦ ਹੋਣਗੇ। ਆਮ ਸ਼ਬਦ ਜਿਹੜੇ ਹੁੰਦੇ ਨੇ ਉਹ ਵਿਕਾਰੀ ਹੀ ਹੁੰਦੇ ਨੇ, ਉਹਨਾਂ ਵਿੱਚ ਕੋਈ ਨਾ ਕੋਈ ਵਿਕਾਰ ਆ ਜਾਂਦਾ ਹੈਗਾ, ਭਾਵੇਂ ਉਹ ਵਚਨ ਦੇ ਪੱਧਰ ਤੇ ਹੋਵੇ, ਭਾਵੇਂ ਉਹ ਲਿੰਗ ਦੇ ਪੱਧਰ ਤੇ। ਮੂਲ ਰੂਪ ਦੇ ਵਿੱਚ ਵਚਨ ਦੇ ਪੱਧਰ ਤੇ ਹੀ ਜਿਹੜਾ ਹੈਗਾ ਵਿਕਾਰ ਉਹ ਆਉਂਦਾ ਹੈਗਾ। ਸੋ ਦੂਸਰੇ ਸ਼ਬਦ ਜਿਹੜੇ ਹੁੰਦੇ ਨੇ ਉਹ ਅਵਿਕਾਰੀ ਸ਼ਬਦ ਹੁੰਦੇ ਨੇ। ਇਹਨਾਂ ਵਿਚਕਾਰ ਕੋਈ ਵੀ ਅਵਿਕਾਰ ਜਾਂ ਇਹਨਾਂ ਦੇ ਵਿਚਕਾਰ ਕੋਈ ਰੂਪਾਂਤਰਣ ਨਹੀਂ ਹੁੰਦਾ ਹੈਗਾ ਕਿਸੇ ਹਾਲਾਤ ਦੇ ਵਿੱਚ ਵੀ। ਪੰਜਾਬੀ ਦੇ ਵਿੱਚ ਜਿਹੜੇ ਯੋਜਕ ਤੇ ਸੰਬੰਧਕ ਨੇ, ਸੰਬੰਧਕ ਉਹ ਅਵਿਕਾਰੀ ਸ਼੍ਰੇਣੀ ਵਿੱਚ ਆਉਂਦੇ ਹਨ। ਉਹ ਕੀ ਨੇ? ਅਵਿਕਾਰੀ ਸ਼੍ਰੇਣੀ ਵਿੱਚ ਗਿਣੇ ਜਾਂਦੇ ਨੇ। ਉਦਾਹਰਨ ਵਜੋਂ ਜੇ ਹੁਣ ਮੈਂ ਗੱਲ ਕਰਾਂ ਕਿ ਜਿਵੇਂ ਆਪਾਂ ਗੱਲ ਕਰਦੇ ਹੈਗੇ ਆ ਨੇ, ਨੂੰ, ਤੋਂ, ਨੇ, ਨੂੰ, ਦਾ, ਦੀ, ਦੇ, ਦੀਆਂ। ਇਹਨਾਂ ਵਿਚਕਾਰ ਕੋਈ ਵੀ ਵਿਕਾਰ ਜਿਹੜਾ ਹੈਗਾ ਹੈ ਸੰਬੰਧਕ ਦੇ ਪੱਧਰ ਤੇ ਨਹੀਂ ਆਉਂਦਾ। ਜਿਵੇਂ ਜੇ ਅਸੀਂ ਯੋਜਕਾਂ ਦੀ ਗੱਲ ਕਰੀਏ, ਉਹਨਾਂ ਵਿੱਚ ਜਦੋਂ, ਕਦੋਂ, ਕਿਉਂਕਿ, ਜਦ ਕਿ, ਤੇ, ਅਤੇ। ਇਹ ਜਿਹੜੇ ਸ਼ਬਦ ਹੈਗੇ ਨੇ ਇਹਨਾਂ ਵਿਚਕਾਰ ਕਿਸੇ ਪ੍ਰਕਾਰ ਦਾ ਕੋਈ ਰੂਪਾਂਤਰਣ ਨਹੀਂ ਆਉਂਦਾ। ਸ਼ਬਦ ਦੇ ਨਾ ਲਿੰਗ ਦੇ ਪੱਧਰ ਤੇ, ਨਾ ਵਚਨ ਦੇ ਪੱਧਰ ਤੇ, ਨਾ ਕਿਸੇ ਹੋਰ ਪੱਧਰ, ਕਿਰਿਆ ਦੇ ਪੱਧਰ ਤੇ, ਕਿਸੇ ਵੀ ਪੱਧਰ ਦੇ ਉੱਪਰ ਇਹ ਆਪਣਾ ਰੂਪ ਜਿਹੜਾ ਹੈਗਾ ਉਹ ਨਹੀਂ ਵਟਾਉਂਦੇ। ਸੋ ਕੁੱਲ ਮਿਲਾ ਕੇ ਜਿਹੜੇ ਇਹ ਸੀਗੇ ਉਹ ਸ਼ਬਦਾਂ ਦੀਆਂ ਸੰਦਰਭਗਤ ਭੇਦ ਸੀਗੇ। ਤੋ ਸ਼ਬਦਾਂ ਨੂੰ ਇੰਨੇ ਭੇਦਾਂ ਦੇ ਵਿੱਚ ਜਿਹੜਾ ਹੈਗਾ, ਇੰਨੇ ਰੂਪਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਉਹਨੂੰ ਵੱਖ ਰੱਖ ਕੇ ਵਿਸ਼ਲੇਸ਼ਿਤ ਕਰ ਸਕਦੇ ਹੈਗੇ ਹਾਂ। ਤੋ ਮੂਲ ਰੂਪ ਦੇ ਵਿੱਚ ਜਿਹੜਾ ਸੀਗਾ, ਕਿਉਂਕਿ ਜੇਕਰ ਦੇਖਿਆ ਜਾਵੇ ਤੇ ਸਾਡਾ ਜਿਹੜਾ ਇੱਥੇ ਸਾਡਾ ਜਿਹੜਾ ਪ੍ਰਯੋਜਨ ਸੀਗਾ ਨਾ ਸ਼ਬਦ ਬਾਰੇ ਐਕਸਪਲੇਨ ਕਰਨ ਦਾ, ਉਹ ਜਸਟ ਸਾਡਾ ਉਹਦੇ ਨਾਲ ਸਾਡੀ ਜਾਣ ਪਛਾਣ ਹੀ ਕਰਵਾਉਣਾ ਹੈ ਸ਼ਬਦ ਨਾਲ। ਕਿਉਂਕਿ ਜੇਕਰ ਅਸੀਂ ਮਾਰਫੋਲੋਜੀ ਦੇ ਦ੍ਰਿਸ਼ਟੀਕੋਣ ਤੋਂ ਸ਼ਬਦ ਦੇ ਸਟਰਕਚਰ ਦਾ ਐਨਾਲਿਸਿਸ ਕਰਾਂਗੇ ਤੇ ਉਹਦੇ ਵਾਸਤੇ ਸਾਨੂੰ ਬੜਾ ਲੰਮਾ ਸਮਾਂ ਚਾਹੀਦਾ, ਕਿਉਂਕਿ ਰੂਪ ਵਿਗਿਆਨ ਦਾ ਵਿਸ਼ਾ ਹੈ। ਉਹਦੇ ਵਿੱਚ ਸਾਨੂੰ ਸ਼ਬਦ ਦੀ ਬਣਤਰ ਦੇ ਜਿਹੜੇ ਨਿਯਮ ਨੇ ਉਹਨਾਂ ਦਾ ਅਧਿਐਨ ਕਰਨਾ ਪੈਣਾ ਹੈਗਾ। ਸੋ ਕੁੱਲ ਮਿਲਾ ਕੇ ਅਸੀਂ ਮੋਟੇ ਤੌਰ ਤੇ ਕਹਿ ਸਕਦੇ ਹੈਗੇ ਹਾਂ ਕਿ ਸ਼ਬਦ ਜਿਹੜਾ ਹੈਗਾ ਹੈ, ਸ਼ਬਦ ਭਾਸ਼ਾ ਦੀ ਸਭ ਤੋਂ ਛੋਟੀ ਔਰ ਅਰਥਯੁਕਤ ਇਕਾਈ ਹੈਗੀ ਆ। ਭਾਸ਼ਾ ਦੀ ਸਿਲਸਿਲੇਵਾਰ ਬਣਤਰ ਦੀ ਤਰਤੀਬ ਦੇ ਨੂੰ ਜੇ ਦੇਖਿਆ ਜਾਵੇ, ਉਹਦੀ ਸੀਕੁਐਂਸ ਨੂੰ ਵੇਖਿਆ ਜਾਵੇ, ਲੈਂਗੁਏਜ ਦੇ ਸਟਰਕਚਰ ਦੀ ਜੋ ਸੀਕੁਐਂਸ ਹੈਗੀ ਆ ਉਹਨੂੰ ਦੇਖਿਆ ਜਾਵੇ, ਉਹਦੇ ਵਿੱਚ ਜਿਹੜਾ ਸ਼ਬਦ ਹੈਗਾ ਹੈ ਉਹ ਧੁਨੀ ਤੋਂ ਬਾਅਦ ਦੂਜਾ ਦਰਜਾ ਰੱਖਦਾ ਹੈਗਾ। ਉਹਦਾ ਜਿਹੜਾ ਦਰਜਾ ਹੈਗਾ ਧੁਨੀ ਤੋਂ ਬਾਅਦ ਵਾਲਾ ਦਰਜਾ ਹੈ, ਔਰ ਉਹਦੇ ਇੱਕ ਆਪਣੇ ਵਿਸ਼ੇਸ਼ ਮਾਇਨੇ ਹੁੰਦੇ ਹੈਗੇ ਨੇ। ਕੱਲਾ ਕਹਿਰਾ ਸ਼ਬਦ ਜਿਹੜਾ ਹੈਗਾ ਉਹ ਮੂਲ ਰੂਪ ਦੇ ਵਿੱਚ ਕਈ ਵਾਰ ਕੱਲਾ ਕਹਿਰਾ ਸ਼ਬਦ ਵੀ ਵਿਚਰ ਜਾਂਦਾ ਹੈ। ਕੱਲਾ ਕਹਿਰਾ ਸ਼ਬਦ ਵੀ ਜਿਹੜਾ ਹੈਗਾ ਉਹ ਭਾਸ਼ਾ ਦੀ ਪੂਰੀ ਭਾਸ਼ਾ ਦੀ ਪ੍ਰਤੀਨਿਧਤਾ ਕਰ ਦਿੰਦਾ ਹੈਗਾ, ਕਿਉਂਕਿ ਇਹਦੇ ਇੱਕ ਆਪਣੇ ਮਾਇਨੇ ਹੁੰਦੇ ਹੈਗੇ ਨੇ। ਇਹਦਾ ਇੱਕ ਆਪਣਾ ਜਿਹੜਾ ਹੈਗਾ ਉਹ ਆਪਣਾ ਇਹਦਾ ਇੱਕ ਅਰਥ ਇਹਦੇ ਵਿੱਚ ਭਰੇ ਹੁੰਦੇ ਨੇ। ਸੋ ਧੁਨੀ ਤੇ ਸ਼ਬਦ ਨੂੰ ਜਿਹੜਾ ਹੈਗਾ ਉਹ ਵੱਖਰਾ ਕਰਕੇ ਵੇਖਣਾ ਬਣਦਾ ਹੈ। ਖਾਸ ਕਰਕੇ ਪਹਿਲੀ ਕਲਾਸ ਦੇ ਵਿੱਚ ਵੀ, ਸਾਡੀ ਪਹਿਲੀ ਜਮਾਤ ਦੇ ਵਿੱਚ ਵੀ ਮੈਂ ਇਹ ਗੱਲ ਕਹੀ ਸੀਗੀ ਤੇ ਹੁਣ ਵੀ ਮੈਂ ਇਹ ਗੱਲ ਕਹਿਣਾ ਹੈ ਕਿ ਸ਼ਬਦ ਨੂੰ ਤੇ ਧੁਨੀ ਨੂੰ ਵੱਖਰਾ ਕਰਕੇ ਹੀ ਵੇਖਣਾ ਚਾਹੀਦਾ ਹੈ। ਪੰਜਾਬੀ ਦੇ ਸੰਦਰਭ ਦੇ ਵਿੱਚ ਅਸੀਂ ਆਪਣੀ ਜਿਹੜਾ ਹੈਗਾ ਉਹ ਹਰੂਫ ਤਹਜ਼ੀ ਜੋ ਪੰਜਾਬੀ ਦਾ ਅਲਫਾਬੈਟ ਹੈਗਾ ਉਹਨੂੰ ਵੀ ਅਸੀਂ ਸ਼ਬਦ ਬਣਾ ਕੇ ਹੀ ਰੱਖ ਲਿਆ ਹੈਗਾ। ਉਹ ਜਿਹੜੇ ਸਾਊਂਡ ਨੇ ਜਾਂ ਧੁਨੀਆਂ ਨੇ ਉਹਨਾਂ ਨੂੰ ਅਸੀਂ ਸ਼ਬਦ ਬਣਾ ਕੇ ਬੈਠ ਗਏ, ਹਾਲਾਂਕਿ ਉਹ ਸ਼ਬਦ ਨਹੀਂ ਹੈਗੇ। ਕੱਕਾ ਨੂੰ ਤੁਸੀਂ ਕੱਕਾ ਦਾ ਕਹਿ ਸ਼ਬਦ ਬਣਾ ਦਿੱਤਾ ਹੈ, ਤੋ ਕੱਕਾ ਨਹੀਂ ਹੈਗਾ, ਉਹ ਮੂਲ ਰੂਪ ਦੇ ਵਿੱਚ ਕ ਹੈ। ਤੋ ਸੋ ਇਹਨਾਂ ਦੇ ਵਿਚਕਾਰ ਉਹ ਅੰਤਰ ਹੈ। ਠੀਕ ਹੈ, ਅਸੀਂ ਉਹਦਾ ਨਾਮ ਆਪਣੇ ਕੋਲੋਂ ਧਰ ਲਿਆ ਹੈਗਾ, ਨਾਮ ਉਹਦਾ ਅਸੀਂ ਬਣਾ ਲਿਆ ਹੈਗਾ, ਪਰ ਮੂਲ ਰੂਪ ਦੇ ਵਿੱਚ ਉਹਨੂੰ ਕ ਹੀ ਕਿਹਾ ਜਾਵੇ ਤਾਂ ਬਿਹਤਰ ਹੈ, ਚੰਗਾ ਹੈਗਾ। ਤੋ ਇਸ ਤਰ੍ਹਾਂ ਸ਼ਬਦ ਦੇ ਇਹ ਭੇਦ ਹੈਗੇ ਨੇ। ਤੋ ਸ਼ਬਦ ਜਿਹੜਾ ਹੈਗਾ ਉਹ ਬ੍ਰਹਮ ਦਾ ਲਖਾਇਕ ਹੈ, ਬ੍ਰਹਮ ਦੀ ਅਨੁਭੂਤੀ ਕਰਾਉਣ ਵਾਲੀ ਇੱਕ ਟਰਮ ਹੈਗੀ ਆ। ਸੋ ਇਹ ਸਾਡਾ ਸੀਗਾ ਸ਼ਬਦ ਦੇ ਸੰਦਰਭ ਦੇ ਵਿੱਚ ਸਾਡੀ ਕਲਾਸ ਸੀਗੀ, ਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਦੇ ਬਾਰੇ ਜੋ ਮੋਟੀ ਜਾਣਕਾਰੀ ਹੈਗੀ ਆ ਉਹਦੇ ਤੋਂ ਸਿੱਖਿਆ ਹੋਊਗਾ। ਧੰਨਵਾਦ।